ਦਸੰਬਰ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ 35 ਸੀਟਾਂ 'ਤੇ ਚੁਣਾਵ ਹੋਣ ਜਾ ਰਹੇ ਨੇ ਤੇ ਬੀਜੇਪੀ ਮੁੱਖ ਪਾਰਟੀ ਹੈ ਜਿਹੜੀ ਕਿ ਇਹ ਚੁਣਾਵ ਲੜਨ ਜਾ ਰਹੀ ਹੈ। ਦੂਜੇ ਪਾਸੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਦੇ ਚੁਣਾਵ ਵਿੱਚ ਬੀਜੇਪੀ ਨੂੰ ਛੱਡ ਕੇ ਚੰਡੀਗੜ੍ਹ ਵਾਸੀ ਹੋਰ ਕਿਸੇ ਵੀ ਪਾਰਟੀ ਨੂੰ ਵੋਟ ਦੇ ਸਕਦੇ ਨੇ। ਸਾਡੇ ਨਾਲ ਅਰੁਣ ਸੂਦ ਜੀ ਹੈ ਜੋ ਕਿ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਹਨਾਂ ਦਾ ਕੀ ਕਹਿਣਾ ਹੈ? ਸਰ ਤੁਹਾਡਾ ਕੀ ਕਹਿਣਾ ਹੈ? ਕਿਸਾਨ ਲੀਡਰਸ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਨੂੰ ਵੋਟ ਦੇਵੇ ਆਮ ਆਦਮੀ। ਐਸਾ ਜੀ ਕਿ ਮੈਨੂੰ ਹੁਣੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਨ ਨੂੰ ਮਿਲਿਆ ਕਿ ਟਕੈਤ ਸਾਹਿਬ ਨੇ ਬਿਆਨ ਦਿੱਤਾ ਹੈ ਔਰ ਮੈਨੂੰ ਲੱਗਦਾ ਕਿ ਟਕੈਤ ਸਾਹਿਬ ਦਾ ਇੱਥੇ ਚੰਡੀਗੜ੍ਹ ਦੇ ਵਿੱਚ ਕਿੰਨਾ ਆਧਾਰ ਹੈ, ਪਹਿਲਾਂ ਤਾਂ ਉਹਦੀ ਸਮੀਖਿਆ ਹੋਣੀ ਚਾਹੀਦੀ ਹੈ। ਔਰ ਭਾਰਤੀ ਜਨਤਾ ਪਾਰਟੀ ਨੇ ਲਗਾਤਾਰ 7 ਸਾਲਾਂ ਤੋਂ ਇੱਥੇ ਵਿਕਾਸ ਨੂੰ ਗਤੀ ਦਿੱਤੀ ਹੈ, ਲੋਕਾਂ ਦੇ ਵਿੱਚ ਰਹੇ ਨੇ ਔਰ ਲੋਕਾਂ ਨੇ ਵੀ ਸਾਨੂੰ ਬੜਾ ਪ੍ਰੇਮ ਦਿੱਤਾ। 2014 ਤੋਂ ਲੈ ਕੇ 2014 ਦਾ ਇਲੈਕਸ਼ਨ, 19 ਦਾ ਇਲੈਕਸ਼ਨ, 16 ਦਾ ਕਾਰਪੋਰੇਸ਼ਨ ਦਾ ਇਲੈਕਸ਼ਨ, ਬੜਾ ਇੱਕ ਭਰਵਾਂ ਹੁੰਗਾਰਾ ਸਾਨੂੰ ਮਿਲਿਆ। ਅਸੀਂ 22 ਸੀਟਾਂ ਲੜੀਆਂ ਕਾਰਪੋਰੇਸ਼ਨ ਦੀਆਂ, ਉਹਦੇ ਵਿੱਚੋਂ ਸਾਨੂੰ 20 ਸੀਟਾਂ ਦੇ ਸਾਨੂੰ ਔਰ ਇੱਕ ਸਾਡੇ ਰੈਬਲ ਨੂੰ 21 ਸੀਟਾਂ ਦੇ ਜਿੱਤ ਪ੍ਰਾਪਤ ਹੋਈ। ਔਰ ਇਸ ਵਾਰ ਵੀ ਅਸੀਂ ਕੰਮ ਕੀਤਾ, ਵਿਕਾਸ ਕੀਤਾ ਔਰ ਪਾਰਟੀ ਦਾ ਸੰਗਠਨ ਬਹੁਤ ਮਜ਼ਬੂਤ ਹੋਇਆ, ਨੀਚੇ ਪੰਨਾ ਕਮੇਟੀਆਂ ਤੱਕ ਨੇ। ਔਰ ਇਹ ਹਵਾਬਾਜ਼ੀ ਦੀਆਂ ਗੱਲਾਂ ਰਹਿ ਜਾਣਗੀਆਂ। ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਦਾ ਵਿਕਾਸ ਚਾਹੁੰਦੇ ਨੇ, ਚੰਡੀਗੜ੍ਹ ਨੂੰ ਨੰਬਰ 1 ਹਿੰਦੁਸਤਾਨ ਦਾ ਸ਼ਹਿਰ ਔਰ ਇੱਕ ਅੰਤਰਰਾਸ਼ਟਰੀ ਸ਼ਹਿਰ ਬਣਦਾ ਦੇਖਣਾ ਚਾਹੁੰਦੇ ਨੇ। ਔਰ ਉਹਨਾਂ ਨੂੰ ਪਤਾ ਹੈ ਕਿ ਇਹ ਬੀਜੇਪੀ ਦੇ ਨੇਤਰਤਵ 'ਚ ਹੋ ਸਕਦਾ। ਇਸ ਕਰਕੇ ਇਹਨਾਂ ਸਭ ਚੀਜ਼ਾਂ ਨੂੰ ਲੋਕ ਨਕਾਰ ਦੇਣਗੇ ਔਰ ਲੋਕ ਵਿਕਾਸ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਗੇ। ਸੂਦ ਸਾਹਿਬ, ਪਿਛਲੇ ਇਲੈਕਸ਼ਨ ਵਾਲੇ ਵੀ ਮੁੱਦਾ ਸੀਗਾ, ਇਸ ਤੋਂ ਬਾਅਦ ਲੋਕ ਸਭਾ ਇਲੈਕਸ਼ਨ ਵਾਲੇ ਵੀ ਮੁੱਦਾ, ਇੱਕ ਵੱਡਾ ਮੁੱਦਾ ਸੀਗਾ ਵੀ ਚੰਡੀਗੜ੍ਹ ਇੱਕ 38 ਸੈਕਟਰ ਤੱਕ ਕੰਨੀ ਇੱਕ ਕੂੜੇ ਦਾ ਪਹਾੜ ਜਿਹੜਾ ਹੈ ਉਹ ਖੜਾ ਹੋ ਰਿਹਾ। ਔਰ ਉਸ ਟਾਈਮ ਵੀ ਬੀਜੇਪੀ ਨੇ ਵਾਅਦਾ ਕੀਤਾ ਸੀ ਵੀ ਹਾਂ ਜੀ ਇਹਨੂੰ ਹਟਾ ਦਿੱਤਾ ਜਾਏਗਾ। ਇਸ ਵਾਰੀ ਵੀ ਉਹ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਹਾਲੇ ਤੱਕ ਉਸ ਮਾਮਲੇ 'ਚ ਕੁਝ ਵੀ ਨਹੀਂ ਹੋਇਆ। ਐਸਾ ਜੀ ਕਿ ਕੁਝ ਨਹੀਂ ਹੋਇਆ, ਇਹ ਤੱਥ ਨਹੀਂ ਹੈ। ਮੈਂ ਤੁਹਾਨੂੰ ਦੱਸ ਦਿੰਦਾ ਉਹਦੇ ਵਿੱਚ ਕੀ ਹੋਇਆ। ਭਾਰਤੀ ਜਨਤਾ ਪਾਰਟੀ ਨੇ ਜ਼ਰੂਰ ਇਸ ਚੀਜ਼ ਨੂੰ ਕਿਹਾ ਸੀ ਕਿ ਅਸੀਂ ਉਸ ਕੂੜੇ ਦੇ ਢੇਰ ਨੂੰ ਹਟਾਵਾਂਗੇ ਔਰ ਜਿਹੜਾ ਉੱਥੇ ਡੰਪਿੰਗ ਜਿਹੜਾ ਗਾਰਬੇਜ ਪ੍ਰੋਸੈਸਿੰਗ ਪਲਾਂਟ ਹੈ ਉਸ ਨੂੰ ਅਸੀਂ ਜਿਹੜਾ ਹੈ ਅਪਗ੍ਰੇਡ ਕਰਾਂਗੇ। ਔਰ ਇਹਨਾਂ ਦੋਨਾਂ ਖੇਤਰਾਂ ਦੇ ਵਿੱਚ ਵੀ ਕੰਮ ਹੋਇਆ। ਜਿਹੜਾ ਡੰਪਿੰਗ ਗਰਾਊਂਡ ਆ ਉੱਥੇ 2 ਤਰ੍ਹਾਂ ਦਾ ਕੂੜਾ ਹੈ। ਇੱਕ 10 ਸਾਲ ਤੋਂ ਪੁਰਾਣਾ ਜਿਹਨੂੰ ਅਸੀਂ ਲੈਗੇਸੀ ਵੇਸਟ ਕਹਿੰਦੇ ਹਾਂ। ਉਹ ਲੈਗੇਸੀ ਵੇਸਟ ਜਿਹੜਾ ਹੈਗਾ ਉਹ 5 ਲੱਖ ਮੈਟ੍ਰਿਕ ਟਨ ਸੀ। ਉਸ ਲੈਗੇਸੀ ਵੇਸਟ ਨੂੰ ਸਾਫ਼ ਕਰਨ ਦੇ ਲਈ ਬਾਇਓ ਮਾਈਨਿੰਗ ਦਾ ਕੰਮ ਜਿਹੜਾ ਹੈ ਉਹ ਕਾਫੀ ਦੇਰ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ, ਪਿਛਲੇ ਸਾਲ। ਔਰ ਉਹਦੇ ਵਿੱਚ ਕਾਫੀ ਕੰਮ ਹੋ ਗਿਆ। ਲਗਭਗ 45-46% ਦਾ ਕੂੜਾ ਜਿਹੜਾ ਹੈ ਉਹ ਅਸੀਂ ਪ੍ਰੋਸੈਸ ਕਰ ਦਿੱਤਾ ਔਰ ਉਸ ਨੂੰ ਹੋਰ ਅੱਗੇ ਵਧਾ ਰਹੇ ਹਾਂ। ਔਰ 1 ਸਾਲ ਦੇ ਅੰਦਰ ਕਿਉਂਕਿ ਕਰੋਨਾ ਦੇ ਪਿੱਛੇ ਕਾਰਜਕਾਲ ਦੇ ਵਿੱਚ ਕੁਝ ਕੰਮ ਦੇ ਵਿੱਚ ਰੁਕਾਵਟ ਆਈ, ਅਗਲੇ 1 ਸਾਲ ਦੇ ਵਿੱਚ 5 ਲੱਖ ਮੈਟ੍ਰਿਕ ਟਨ ਕੂੜਾ ਜਿਹੜਾ ਅੱਧਾ ਕੂੜੇ ਦਾ ਪਹਾੜ ਹੈ ਉਹ ਖਤਮ ਕਰਕੇ ਸਮਤਲ ਮੈਦਾਨ ਬਣਾ ਦਿੱਤਾ ਜਾਏਗਾ। ਦੂਸਰਾ, ਇਹ ਜਿਹੜਾ ਪਲਾਂਟ ਸੀਗਾ ਜਿਹਦੇ ਕਰਕੇ ਕੂੜੇ ਦਾ ਪਹਾੜ ਖੜਾ ਹੋਇਆ, ਇਹ ਗਾਰਬੇਜ ਪ੍ਰੋਸੈਸਿੰਗ ਪਲਾਂਟ, ਇਸ ਪਲਾਂਟ ਨੂੰ ਜਦੋਂ ਇਹ ਲਗਾਇਆ ਗਿਆ ਸੀ ਤਾਂ ਕਾਂਗਰਸ ਦੇ ਜਿਹੜੇ ਉਸ ਵਕਤ ਦੇ MP ਸੀ ਪਵਨ ਕੁਮਾਰ ਬੰਸਲ ਜੀ, ਉਹਨਾਂ ਨੇ ਟੈਂਡਰ ਪ੍ਰੋਸੈਸ ਨੂੰ ਦਰਕਨਾਰ ਕਰਕੇ ਇੱਕ ਸੀਮੈਂਟ ਬਣਾਉਣ ਵਾਲੀ JP ਕੰਪਨੀ ਨੂੰ ਕੰਟਰੈਕਟ ਦਿੱਤਾ ਸੀ, ਜਿਹਦੇ ਕਰਕੇ ਅੱਜ ਇਹ ਸਾਰੀ ਸਮੱਸਿਆ ਹੈ, ਜਿਹਦੇ ਕਰਕੇ ਸ਼ਹਿਰ ਦੇ ਵਿੱਚ ਨਸੂਰ ਬਣਿਆ। ਅਸੀਂ ਜਦੋਂ ਤੋਂ ਅਸੀਂ 2016 ਤੋਂ ਅਸੀਂ ਸੱਤਾ ਦੇ ਵਿੱਚ ਆਏ, ਅਸੀਂ ਉਸ ਕੰਪਨੀ ਨੂੰ ਟੇਕ ਓਵਰ ਕਰਨ ਦੀ ਗੱਲ ਕੀਤੀ। ਕੁਝ ਕਾਨੂੰਨੀ ਅੜਚਨਾਂ ਆਈਆਂ, NGT ਦੇ ਵਿੱਚ ਕੇਸ ਗਿਆ, ਅਸੀਂ ਜਿੱਤੇ ਔਰ ਅਸੀਂ ਉਸ ਪਲਾਂਟ ਨੂੰ ਜਿਹੜਾ ਟੇਕ ਓਵਰ ਕਰ ਲਿਆ। ਟੇਕ ਓਵਰ ਕਰਨ ਤੋਂ ਬਾਅਦ ਲਗਾਤਾਰ ਸਟੱਡੀ ਕੀਤੀ ਗਈ ਕਿਉਂਕਿ ਅਸੀਂ ਇਸ ਵਾਰ ਜਿਹੜਾ ਹੈ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸੀ। ਉਹ ਟੈਕਨੋਲੋਜੀ ਲਿਆਉਣਾ ਚਾਹੁੰਦੇ ਸੀ ਜਿਹੜੀ ਐਡਵਾਂਸ ਹੋਵੇ। ਹੁਣ ਲਗਭਗ ਸਦਨ ਦੇ ਵਿੱਚ ਔਰ ਐਕਸਪਰਟਸ ਦੇ ਨਾਲ ਮੰਥਨ ਦੇ ਵਿੱਚ IIT ਰੋਪੜ ਜਿਹੜਾ ਹੈ ਉਹ DPR ਬਣਾ ਕੇ ਦੇ ਰਿਹਾ। ਕੁਝ ਦਿਨਾਂ ਦੇ ਵਿੱਚ ਉਹ DPR ਜਿਹੜੀ ਉਹਨਾਂ ਨੇ ਇੱਕ ਡਰਾਫਟ ਸਬਮਿਟ ਕਰ ਦਿੱਤਾ, ਉਹਨੂੰ ਅਸੀਂ ਫਾਈਨਲਾਈਜ਼ ਕਰਾਂਗੇ ਹੁਣ ਕਿਉਂਕਿ ਕੋਡ ਆਫ ਕੰਡਕਟ ਲੱਗ ਜਾਣਾ। ਉਸ ਤੋਂ ਤੁਰੰਤ ਬਾਅਦ ਉਸ DPR ਨੂੰ ਫਾਈਨਲ ਕਰਕੇ ਉਹਦੇ ਟੈਂਡਰ ਲਗਾਏ ਜਾਣਗੇ ਔਰ ਇਸ ਪਲਾਂਟ ਨੂੰ ਅਪਗ੍ਰੇਡ ਕੀਤਾ ਜਾਏਗਾ। ਨਵਾਂ ਪਲਾਂਟ ਨਵੀਂ ਟੈਕਨੋਲੋਜੀ ਦੇ ਨਾਲ ਜਿਹੜਾ ਹੈ ਅਸੀਂ ਲਗਾ ਕੇ ਔਰ ਉਹਦੇ ਵਿੱਚ ਕੀਤਾ ਕਿ ਜਿੰਨਾ ਰੋਜ਼ ਦਾ ਕੂੜਾ ਆ ਰਿਹਾ, ਜਿੰਨੀ ਰੋਜ਼ ਦੀ ਕੈਪੈਸਿਟੀ ਲਗਭਗ 500 ਟਨ ਦੇ ਕਰੀਬ ਜਿਹੜੀ ਕੈਪੈਸਿਟੀ ਹੈ, ਇਹ ਪਲਾਂਟ ਜਿਹੜਾ ਹੈ ਅਸੀਂ ਉਦੋਂ ਵੱਡਾ ਲਗਾਵਾਂਗੇ ਤਾਂ ਕਿ ਜਿਹੜਾ 5 ਲੱਖ ਮੈਟ੍ਰਿਕ ਟਨ ਕੂੜਾ ਨਵਾਂ ਲੈਗੇਸੀ ਵੇਸਟ ਨਹੀਂ ਹੈ ਉਹ ਵੀ ਅਸੀਂ ਇਸ ਪਲਾਂਟ ਦੇ ਵਿੱਚ ਪ੍ਰੋਸੈਸ ਕਰ ਸਕੀਏ। ਇਹ 3 ਕੰਮ ਜਿਹੜੇ ਹੈਗੇ ਆ ਇਹ ਕੀਤੇ ਨੇ ਔਰ ਇਸ ਦਿਸ਼ਾ ਦੇ ਵਿੱਚ ਚੱਲ ਰਿਹਾ ਕੰਮ। ਇਸ ਕਰਕੇ ਇਹ ਕਹਿਣਾ ਕਿ ਕੁਝ ਨਹੀਂ ਹੋਇਆ, ਉਹ ਜ਼ਰੂਰ ਹੈ ਕਿ ਹਲੇ ਉਹਦੇ ਪੂਰੇ 100% ਨਤੀਜੇ ਨਹੀਂ ਆਏ, ਲੇਕਿਨ ਉਸ ਤਰਫ ਅਸੀਂ ਆਪਣਾ ਜਿਹੜਾ ਵਾਅਦਾ ਕੀਤਾ ਸੀ ਉਹਦੇ ਵਿੱਚ ਜ਼ਰੂਰ ਕੋਵਿਡ ਕਰਕੇ ਥੋੜ੍ਹਾ ਡਿਲੇ ਹੋਇਆ, ਲੇਕਿਨ ਅਸੀਂ ਉਸ ਵਾਅਦੇ ਦੀ ਤਰਫ ਵਧ ਰਹੇ ਹਾਂ। ਔਰ ਅਗਲੇ ਸਾਲ ਦੇ ਅੰਦਰ ਜਿਹੜਾ ਹੈਗਾ ਡੰਪਿੰਗ ਗਰਾਊਂਡ ਤੋਂ ਵੀ
5 ਲੱਖ ਮੈਟ੍ਰਿਕ ਟਨ ਕੂੜੇ ਤੋਂ ਔਰ ਕੂੜੇ ਨੂੰ ਪ੍ਰੋਸੈਸ ਕਰਨ ਵਾਲੇ ਪਲਾਂਟ ਦਾ ਵੀ ਜਿਹੜੀ ਅਪਗ੍ਰੇਡੇਸ਼ਨ ਹੈ ਉਹ ਸਾਰਾ ਕੰਮ ਅਸੀਂ ਕਰ ਲਵਾਂਗੇ। ਸੋ ਸਰ ਮਹਿੰਗਾਈ ਤੁਹਾਨੂੰ ਲੱਗਦਾ ਇਸ ਵਾਰੀ ਇਲੈਕਸ਼ਨ 'ਚ ਕੋਈ ਮੁੱਦਾ ਰਹੇਗਾ? ਕਿਉਂਕਿ ਲੋਕੀ ਇਸ ਟਾਈਮ ਬਹੁਤ ਜ਼ਿਆਦਾ ਤੜਫ ਰਹੇ ਆ, ਮਹਿੰਗਾਈ ਦੀ ਜਿਹੜੀ ਮਾਰ ਹੈ ਲੋਕੀ ਸਹਿਣ ਨਹੀਂ ਕਰ ਪਾ ਰਹੇ। ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿਸ਼ੇ ਦੇ ਵਿੱਚ ਆਇਆ ਸੀ, ਪੈਟਰੋਲ ਡੀਜ਼ਲ ਗੈਸ ਸਰਕਾਰ ਨੇ ਉਹਦੇ ਵਿੱਚ ਵੱਡੀ ਰਾਹਤ ਦਿੱਤੀ। ਕੇਂਦਰ ਸਰਕਾਰ ਨੇ ਜਿਹੜਾ ਹੈ ਉਹਦੇ ਵਿੱਚ ਐਕਸਾਈਜ਼ ਡਿਊਟੀ ਨੂੰ ਘਟਾਇਆ ਔਰ ਫਿਰ ਉਸ ਤੋਂ ਬਾਅਦ ਸਾਡੀਆਂ ਜਿੰਨੀਆਂ ਵੀ 18 ਸਟੇਟਾਂ ਦੇ ਵਿੱਚ ਗਵਰਨਮੈਂਟਸ ਨੇ ਉਹਨਾਂ ਨੇ ਵੀ ਘਟਾਇਆ ਔਰ ਉਹਦੇ ਕਰਕੇ ਜਿਹੜਾ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ ਵੀ 17.5 ਰੁਪਏ ਦੇ ਕਰੀਬ ਡੀਜ਼ਲ ਘਟਿਆ, 12 ਰੁਪਏ ਦੇ ਕਰੀਬ ਪੈਟਰੋਲ ਘਟਿਆ। ਲੇਕਿਨ ਅਸੀਂ ਦੇਖੀਏ ਤਾਂ ਜਿਹੜੀ ਬੀਜੇਪੀ ਸਟੇਟਾਂ ਨੂੰ ਛੱਡ ਦਈਏ ਤਾਂ ਐਕਸੈਪਸ਼ਨ ਇੱਕ ਪੰਜਾਬ ਹੈ ਕਿਉਂਕਿ ਉਹਨਾਂ ਦੇ ਉੱਥੇ ਚੁਣਾਵ ਹੈ। ਅਦਰਵਾਈਜ਼ ਚਾਹੇ ਉਹ ਰਾਜਸਥਾਨ ਹੋਵੇ, ਚਾਹੇ ਉਹ ਛੱਤੀਸਗੜ੍ਹ ਹੋਵੇ, ਚਾਹੇ ਉਹ ਕੋਈ ਹੋਰ ਕਾਂਗਰਸ ਰੂਲਡ ਸਟੇਟ ਹੋਵੇ, ਉਹਨਾਂ ਨੇ ਕੋਈ ਵੀ ਰਾਹਤ ਲੋਕਾਂ ਨੂੰ ਨਹੀਂ ਦਿੱਤੀ। ਅੱਜ ਮਹਿੰਗਾਈ ਦੇ ਵਿੱਚ ਵੀ ਜੇ ਕੋਈ ਰਾਹਤ ਦਿੱਤੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੀਆਂ ਸਟੇਟ ਗਵਰਨਮੈਂਟਾਂ ਨੇ ਜਾਂ ਜਿਹੜੀ ਭਾਰਤ ਸਰਕਾਰ ਹੈ ਉਹਦੇ ਦੁਆਰਾ ਹੀ ਦਿੱਤੀ ਗਈ ਹੈ। ਸੋ ਸਾਹਿਬ ਲੋਕਾਂ ਦਾ ਇਹ ਮੰਨਣਾ ਹੈ ਵੀ ਜਿਹੜੀ ਕਾਰਪੋਰੇਸ਼ਨ ਦੇ ਹੁਣ ਇਲੈਕਸ਼ਨ ਹੋਣ ਜਾ ਰਿਹਾ, 35 ਸੀਟਾਂ ਤੇ ਇਲੈਕਸ਼ਨ ਹੋਣ ਜਾ ਰਿਹਾ, ਉਹ ਇੱਕ ਸਫੇਦ ਹਾਥੀ ਬਣ ਕੇ ਰਹਿ ਗਿਆ, ਲੋਕਾਂ ਨੂੰ ਸਹੂਲਤ ਦੇਣ 'ਚ ਨਾਕਾਮ ਰਿਹਾ। ਜਿੱਦਾਂ ਤੁਸੀਂ ਹੁਣ ਡੰਪਿੰਗ ਗਰਾਊਂਡ ਵਾਲਾ ਗੱਲ ਕੀਤੀ ਵੀ ਹਾਂ ਜੀ ਅਸੀਂ ਉਹਨੂੰ ਸਾਫ਼ ਕਰ ਰਹੇ ਹਾਂ, ਪਰ ਦੂਜੇ ਪਾਸੇ ਤੁਸੀਂ ਲੋਕਾਂ ਦੇ ਉੱਤੇ ਬੋਝ ਪਾ ਦਿੱਤਾ। ਲੋਕਾਂ ਦੇ ਉੱਤੇ 400-600 ਰੁਪਏ ਦਾ ਜਿਹੜਾ ਪਾਣੀ ਦਾ ਬਿੱਲ ਆ ਉਸ 'ਚ ਕੂੜੇ ਦੇ ਚਾਰਜਿਸ ਲੱਗ ਕੇ ਆਉਣੇ ਸ਼ੁਰੂ ਹੋ ਗਏ। ਤੁਸੀਂ ਸਮਾਰਟ ਪਾਰਕਿੰਗ ਦੀ ਗੱਲ ਕੀਤੀ, ਉਹ ਤੁਸੀਂ ਅੱਜ ਤੱਕ ਨਹੀਂ ਦੇ ਪਾਏ ਕਿਉਂਕਿ ਉਸ ਚਾਰਜਿਸ ਜ਼ਰੂਰ ਲਿੱਤੇ ਜਾ ਰਹੇ ਆ, ਲੋਕਾਂ ਦੇ ਉੱਤੇ ਬੋਝ ਜ਼ਰੂਰ ਪਾਇਆ ਜਾ ਰਿਹਾ, ਪਰ ਜਿੰਨੇ ਵੀ ਵਾਅਦੇ ਕੀਤੇ ਜਾ ਰਹੇ ਸੀ ਉਹ ਪੂਰੇ ਨਹੀਂ ਹੋਏ। ਇੱਦਾਂ ਹੀ ਸਫਾਈ ਵਿਵਸਥਾ ਦਾ ਜਿਹੜਾ ਠੇਕਾ ਸੀਗਾ ਉਹ ਆਪਾਂ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ, ਪਰ ਉਹ ਵੀ ਆਪਣਾ ਜਿਹੜਾ ਕੰਮ ਹੈ ਉਹ ਪੂਰਾ ਨਹੀਂ ਕਰ ਪਾਈ, ਜਦ ਕਿ ਇੰਨੇ ਕਰੋੜਾਂ ਰੁਪਈਆ ਉਹ ਲਿਜਾਂਦੇ ਰਹੇ। ਇਸ ਕਰਕੇ ਲੋਕਾਂ ਦਾ ਇਹ ਮੰਨਣਾ ਹੈ ਵੀ ਇਹ ਸਿਰਫ ਸਫੇਦ ਹਾਥੀ ਆ, ਇਹ ਲੋਕਾਂ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਨਹੀਂ ਕਰ ਪਾਇਆ। ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਜੀ। ਇਹ ਜ਼ਰੂਰ ਹੈ ਕਿ 2016 ਤੋਂ ਪਹਿਲਾਂ ਕਾਰਪੋਰੇਸ਼ਨ ਦਾ ਜੋ ਰੋਲ ਹੋਣਾ ਚਾਹੀਦਾ ਉਹ ਰੋਲ ਨਹੀਂ ਨਿਭਾ ਰਿਹਾ ਸੀ। ਸਭ ਨਾਲੋਂ ਪਹਿਲਾਂ ਇੱਕ ਭਾਰਤੀ ਜਨਤਾ ਪਾਰਟੀ ਜਦੋਂ ਤੋਂ ਕਾਰਪੋਰੇਸ਼ਨ ਦੇ ਵਿੱਚ ਆਈ, ਅਸੀਂ ਕਾਰਪੋਰੇਸ਼ਨ ਨੂੰ ਫਾਈਨੈਂਸ਼ੀਅਲੀ ਸਟਰੈਂਥਨ ਕੀਤਾ। 2016 ਦੇ ਵਿੱਚ ਲਗਭਗ 150 ਕਰੋੜ ਰੁਪਏ ਦੀ ਜਿਹੜੀ ਇਨਕਮ ਕਾਰਪੋਰੇਸ਼ਨ ਦੀ ਸੀਗੀ, ਜਿਹਦੇ ਵਿੱਚ 100 ਕਰੋੜ ਰੁਪਇਆ ਇਨਕਮ ਸੀ ਔਰ 50 ਕਰੋੜ ਰੁਪਇਆ FDR ਦਾ ਇੰਟਰਸਟ ਸੀ ਔਰ 276 ਕਰੋੜ ਰੁਪਇਆ ਗ੍ਰਾਂਟ ਇਨ ਏਡ ਮਿਲਦੀ ਸੀ UT ਤੋਂ, ਪ੍ਰਸ਼ਾਸਨ ਤੋਂ। ਅੱਜ 2021 ਦੇ ਵਿੱਚ ਆ ਕੇ ਲਗਭਗ ਜਿਹੜਾ ਹੈਗਾ ਕਾਰਪੋਰੇਸ਼ਨ ਦੀ ਆਪਣੀ ਆਏ ਉਹ 100 ਕਰੋੜ ਤੋਂ ਵੱਧ ਕੇ 469 ਕਰੋੜ ਰੁਪਇਆ ਇਸ ਫਾਈਨੈਂਸ਼ੀਅਲ ਈਅਰ ਦੀ ਇਨਕਮ ਹੈ। ਇੱਕ ਵੱਡਾ ਬਦਲਾਅ ਔਰ ਬਿਨਾਂ ਕੋਈ ਟੈਕਸ ਲਗਾਏ। ਦੂਸਰਾ ਜਿਹੜਾ ਹੈਗਾ ਤੁਹਾਡਾ ਗ੍ਰਾਂਟ ਇਨ ਏਡ ਹੈ ਉਹ 276 ਕਰੋੜ ਰੁਪਏ ਤੋਂ ਲੈ ਕੇ 502 ਕਰੋੜ ਰੁਪਇਆ ਮਿਲ ਚੁੱਕਾ ਹੈ। 200 ਕਰੋੜ ਰੁਪਇਆ ਇਸ ਫਾਈਨੈਂਸ਼ੀਅਲ ਈਅਰ 'ਚ ਹੋਰ ਗ੍ਰਾਂਟ ਇਨ ਏਡ ਮਿਲਣ ਦੀ ਉਮੀਦ ਹੈ, ਯਾਨੀ ਕਿ 700 ਕਰੋੜ ਰੁਪਏ ਤੱਕ ਗ੍ਰਾਂਟ ਇਨ ਏਡ ਦਾ ਅਸੀਂ ਲੈ ਕੇ ਗਏ ਹਾਂ। ਦੂਸਰੀ ਤੁਸੀਂ ਚੀਜ਼ ਕਹੀ, ਚਾਹੇ ਉਹ ਪਾਰਕਿੰਗ ਦੀ ਗੱਲ ਕੀਤੀ। ਪਾਰਕਿੰਗ ਦੇ ਵਿੱਚ ਜਦੋਂ ਅਸੀਂ ਵਿੱਚ ਦੌਰਾਨ ਕਰੋਨਾ ਆ ਗਿਆ, ਸਮਾਰਟ ਫੀਚਰ ਐਡ ਨਹੀਂ ਹੋਏ, ਅਸੀਂ ਕਿਹਾ ਜਦੋਂ ਤੱਕ ਐਡ ਨਹੀਂ ਹੋਣਗੇ ਉਦੋਂ ਤੱਕ ਸਮਾਰਟ ਫੀਚਰਾਂ ਦੇ ਪਾਰਕਿੰਗ ਰੇਟ ਨਹੀਂ ਵਧਾਏ ਗਏ। ਜਿਹੜਾ ਬੇਸਿਕ ਰੇਟ ਹੁੰਦਾ ਪਾਰਕਿੰਗ ਦਾ ਉਹੀ ਲਾਗੂ ਕੀਤਾ ਗਿਆ, ਨੰਬਰ 1। ਨੰਬਰ 2 ਜਿਹੜਾ ਹੈਗਾ ਤੁਹਾਡਾ ਤੁਸੀਂ ਗੱਲ ਕੀਤੀ ਸਫਾਈ ਕੰਪਨੀ ਦੀ। ਅਸੀਂ ਕੰਪੈਰੀਜ਼ਨ ਕਰੀਏ ਤਾਂ ਸਾਊਥ ਦੇ ਸੈਕਟਰ ਔਰ ਨਾਰਥ ਦੇ ਸੈਕਟਰ ਅੱਜ ਲਗਭਗ ਓਨਾ ਹੀ ਏਰੀਆ, ਓਨੇ ਏਰੀਏ ਦੇ ਵਿੱਚ ਜਿਹੜਾ ਤੁਹਾਡਾ ਇਹਨਾਂ ਦਾ ਕੰਟਰੈਕਟ ਹੈ ਤੇ ਉਹ ਦੂਸਰਾ ਕੰਟਰੈਕਟ ਹੈ ਜਿਹੜਾ ਸਾਡਾ ਆਪ ਕਾਰਪੋਰੇਸ਼ਨ ਕਰਦੀ ਹੈ, ਉਹਦਾ ਖਰਚਾ 3 ਗੁਣਾ ਹੈ ਪ੍ਰਾਈਵੇਟ ਕੰਪਨੀ ਤੋਂ। ਔਰ ਜਦ ਕਿ ਮੈਂ ਖੁਦ ਉਸ ਪ੍ਰਾਈਵੇਟ ਕੰਪਨੀ ਦੇ ਏਰੀਏ 'ਚ ਮੇਰਾ ਵਾਰਡ ਸੀਗਾ, ਹਾਲਾਂਕਿ ਉਹਨਾਂ ਨੂੰ ਅਸੀਂ ਐਕਸਟੈਂਸ਼ਨ ਨਹੀਂ ਦਿੱਤੀ, ਲੇਕਿਨ ਫਿਰ ਵੀ ਜਿਹੜਾ ਹੈਗਾ ਜਿਹੜੀ ਮੈਨੂਅਲ ਸਫਾਈ ਸੀ ਉਹ ਤੋਂ ਮੈਕਨਾਈਜ਼ ਸਵੀਪਿੰਗ ਦੇ ਵਿੱਚ ਕਾਫੀ ਬਦਲਾਅ ਸੀ। ਹਲੇ ਵੀ ਬਹੁਤ ਖਾਮੀਆਂ ਸੀ, ਲੇਕਿਨ ਫਿਰ ਵੀ ਜਿਹੜੇ ਨਾਰਮਲ ਕਾਰਪੋਰੇਸ਼ਨ ਦੇ ਮਾਧਿਅਮ ਨਾਲ ਸਫਾਈ ਹੁੰਦੀ ਸੀ ਔਰ ਅੱਜ ਜਿਹੜੀ ਕੰਪਨੀ ਦੇ ਮਾਧਿਅਮ ਨਾਲ ਸਫਾਈ ਸੀ, ਉਹਨਾਂ ਸੈਕਟਰਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਰਿਹਾ। ਸੋ ਸਾਹਿਬ ਮੇਰਾ ਲਾਸਟ ਕੁਐਸਚਨ ਹੈ ਵੀ ਹੁਣ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਆ BJP, ਕਿਉਂਕਿ BJP ਪਿਛਲੇ 5 ਸਾਲ ਲਗਾਤਾਰ ਕਾਰਪੋਰੇਸ਼ਨ 'ਚ ਰਹੀ ਹੈ, ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜਨ ਜਾ ਰਹੀ ਹੈ? ਭਾਰਤੀ ਜਨਤਾ ਪਾਰਟੀ ਨੇ ਬਹੁਤ ਦੇਰ ਪਹਿਲਾਂ ਤੋਂ ਇਹ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਵਿਕਾਸ ਦੇ ਏਜੰਡੇ ਦੇ ਉੱਤੇ ਸਿਰਫ ਔਰ ਸਿਰਫ ਵਿਕਾਸ ਦੇ ਏਜੰਡੇ ਤੇ ਚੁਣਾਵ ਲੜਨ ਜਾ ਰਹੇ ਹਾਂ। 7 ਸਾਲਾਂ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ, 5 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ, 6 ਸਾਲਾਂ ਦੇ ਵਿੱਚ
ਅਸੀਂ ਇੱਕ ਬੁਕਲੇਟ ਲੈ ਕੇ ਆ ਰਹੇ ਹਾਂ, ਡਾਕੂਮੈਂਟ ਲੈ ਕੇ ਆ ਰਹੇ ਹਾਂ, ਜਿਹਦੇ 'ਚ ਅਸੀਂ ਸਾਰੇ ਵੱਡੇ ਪ੍ਰੋਜੈਕਟਾਂ ਦਾ ਵਿਦ ਫੋਟੋਗ੍ਰਾਫ ਵਿਦ ਡਿਟੇਲ ਉਹਨਾਂ ਦਾ ਕਿੰਨਾ ਖਰਚਾ ਕੀ ਸ਼ਹਿਰ ਨੂੰ ਫਾਇਦੇ, ਅਸੀਂ ਜਨਤਾ ਦੇ ਸਾਹਮਣੇ ਘਰ ਘਰ ਜਾ ਕੇ ਉਹ ਬੁਕਲੇਟ ਪਹੁੰਚਾ ਰਹੇ ਹਾਂ। ਇਸ ਕਰਕੇ ਵਿਕਾਸ ਦਾ ਮੁੱਦਾ ਹੈ ਜਿਹਦੇ ਤੇ ਅਸੀਂ ਚੁਣਾਵ ਲੜਨ ਜਾ ਰਹੇ ਹਾਂ। ਔਰ ਦੂਸਰਾ, ਅੱਜ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਦਾ ਬਹੁਤ ਵਿਸਤਾਰ ਹੋਇਆ। ਅੱਜ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਕਾਰਿਆ ਸਮਿਤੀ, ਜ਼ਿਲ੍ਹਾ ਕਾਰਿਆ ਸਮਿਤੀਆਂ, ਮੰਡਲ ਕਾਰਿਆ ਸਮਿਤੀਆਂ, ਸ਼ਕਤੀ ਕੇਂਦਰ, ਬੂਥ ਸਮਿਤੀਆਂ ਔਰ ਪੰਨਾ ਕਮੇਟੀਆਂ ਤੱਕ ਦਾ ਅਸੀਂ ਗਠਨ ਕਰਕੇ ਲਗਭਗ 45 ਤੋਂ 50 ਹਜ਼ਾਰ ਕਾਰਜਕਰਤਾਵਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਇਲਾਵਾ ਸਾਡੇ 6 ਮੋਰਚੇ, ਸਾਡੇ 15 ਪ੍ਰਕੋਸ਼ਟ, ਸਾਡੇ 27 ਡਿਪਾਰਟਮੈਂਟ, ਉਹਨਾਂ ਦਾ ਵੀ ਅਸੀਂ ਗਠਨ ਕੀਤਾ ਤਾਂ ਕਿ ਅਲੱਗ-ਅਲੱਗ ਵਰਗਾਂ ਦੇ ਵਿੱਚ ਪਾਰਟੀ ਦਾ ਜਿਹੜਾ ਵਿਸਤਾਰ ਕੀਤਾ ਜਾਵੇ। ਅੱਜ ਪਾਰਟੀ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਹੈ ਔਰ ਜਨਤਾ ਨੇ ਪਹਿਲਾਂ ਵੀ ਸਾਨੂੰ ਆਸ਼ੀਰਵਾਦ ਦਿੱਤਾ ਹੈ, ਜਨਤਾ ਨੇ ਸਾਡਾ ਵਿਕਾਸ ਦੇਖਿਆ ਔਰ ਹੁਣ ਵੀ ਮੈਨੂੰ ਉਮੀਦ ਹੈ, ਪੂਰਨ ਵਿਸ਼ਵਾਸ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਦਾ ਪੂਰਨ ਆਸ਼ੀਰਵਾਦ ਪ੍ਰਾਪਤ ਹੋ ਕੇ ਅਸੀਂ 35 ਦੀ 35 ਸੀਟਾਂ ਉੱਤੇ ਆਪਣਾ ਪਰਚਮ ਲਹਿਰਾਵਾਂਗੇ। ਚਲੋ ਥੈਂਕ ਯੂ। ਇਹ ਸੀਗੇ ਅਰੁਣ ਸੂਦ ਜੀ, ਜਿਹੜੇ ਕਿ ਚੰਡੀਗੜ੍ਹ ਬੀਜੇਪੀ ਦੇ ਪ੍ਰੈਜ਼ੀਡੈਂਟ ਹੈ। ਉਹਨਾਂ ਦਾ ਕਹਿਣਾ ਹੈ ਵੀ ਕਿਸਾਨ ਲੀਡਰਾਂ ਵੱਲੋਂ ਜਿਹੜੀ ਗੱਲ ਕੀਤੀ ਗਈ ਹੈ ਵੀ ਬੀਜੇਪੀ ਨੂੰ ਛੱਡ ਕੇ ਹੋਰ ਕਿਸੇ ਪਾਰਟੀ ਨੂੰ ਵੋਟ ਦੇ ਦੇਣ, ਪਰ ਬੀਜੇਪੀ ਦੇ ਕਿਸੇ ਵੀ ਲੀਡਰ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਆ, ਬੀਜੇਪੀ ਦੇ ਕਿਸੇ ਵੀ ਉਮੀਦਵਾਰ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਉਹ ਇਹ ਕੀਤੀ ਗਈ ਹੈ ਵੀ ਚੰਡੀਗੜ੍ਹ ਵਾਸੀ ਬੀਜੇਪੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਦੇਣ। ਪਰ ਅਰੁਣ ਸੂਦ ਜੀ ਦਾ ਕਹਿਣਾ ਵੀ ਇਸ ਦਾ ਚੰਡੀਗੜ੍ਹ 'ਚ ਕੋਈ ਪ੍ਰਭਾਵ ਨਹੀਂ ਪੜੇਗਾ ਕਿਉਂਕਿ ਉਹਨਾਂ ਦਾ ਇੱਥੇ ਕੋਈ ਆਧਾਰ ਨਹੀਂ ਹੈਗਾ। ਮੈਂ ਦਿਨੇਸ਼ ਕੋਲ, ਕੈਮਰਾਮੈਨ ਉਮਾ ਯਾਦ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, बुरी संगत ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी। अष्टाम पेपर समेत सब तो पहला काम करन दा वादा। नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तुड़वाओ, रुस्से नूं मनाउणा। हुणे कॉल करो बाबा सलीम खान 98 199 37 467।